28 ਜੂਨ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 28 ਜੂਨ ਦੇ ਇਤਿਹਾਸ ਬਾਰੇ। 28 ਜੂਨ 1975 ਨੂੰ ਐਮਰਜੈਂਸੀ ਦੌਰਾਨ ਸਰਕਾਰ ਨੇ ਪ੍ਰੈਸ ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਸਨ। 25 ਜੂਨ 1975 ਨੂੰ ਐਮਰਜੈਂਸੀ ਐਲਾਨ ਹੋਣ ਦੇ 2 ਦਿਨ ਬਾਅਦ ਸਾਰੇ ਰਾਜਨੀਤਿਕ ਅੰਦੋਲਨਾਂ ਤੇ ਸਰਕਾਰ ਵੱਲੋਂ ਪਹਿਰਾ ਲਗਾ ਦਿੱਤਾ ਗਿਆ ਸੀ। ਨਾਲ ਹੀ ਪ੍ਰੈਸ ਤੇ ਕੋਈ ਵੀ ਖਬਰ ਛਾਪਣ ਤੋਂ ਪਹਿਲਾਂ ਸਰਕਾਰ ਤੋਂ ਮਨਜ਼ੂਰੀ ਲੈਣੀ ਲਾਜ਼ਮੀ ਕਰ ਦਿੱਤੀ ਗਈ ਸੀ। ਮੀਸਾ ਕਾਨੂੰਨ ਤਹਿਤ ਕਈ ਪੱਤਰਕਾਰਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਕੁਝ ਅਖਬਾਰਾਂ ਦੇ ਮਾਲਕਾਂ ਨੂੰ ਦੇਸ਼ ਛੱਡਣ ਲਈ ਵੀ ਕਿਹਾ ਗਿਆ ਸੀ। ਕਈ ਰਿਪੋਰਟਾਂ ਅਨੁਸਾਰ ਐਮਰਜੈਂਸੀ ਦੌਰਾਨ 3801 ਅਖਬਾਰਾਂ ਦੇ ਐਲਾਨਨਾਮੇ ਜ਼ਬਤ ਕੀਤੇ ਗਏ ਸਨ। ਮੀਸਾ ਵਿੱਚੋਂ 327 ਪੱਤਰਕਾਰਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ 290 ਅਖਬਾਰਾਂ ਵਿੱਚ ਇਸ਼ਤਿਹਾਰ ਰੋਕ ਦਿੱਤੇ ਗਏ। ਟਾਈਮਸ ਅਤੇ ਦ ਗਾਰਡੀਅਨ ਅਖਬਾਰਾਂ ਦੇ ਸਮਾਚਾਰ ਅਤੇ ਪੱਤਰਕਾਰਾਂ ਨੂੰ ਭਾਰਤ ਛੱਡਣ ਲਈ ਕਿਹਾ ਗਿਆ ਸੀ। ਰਾਇਟਰ ਸਮੇਤ ਹੋਰ ਏਜੰਸੀਆਂ ਦੇ ਟੈਲੀਕਾਸਟ ਅਤੇ ਟੈਲੀਫੋਨ ਕੱਟ ਦਿੱਤੇ ਗਏ ਸਨ। ਕਿਹਾ ਜਾਂਦਾ ਹੈ ਕਿ ਆਜ਼ਾਦੀ ਤੋਂ ਬਾਅਦ ਆਜ਼ਾਦ ਭਾਰਤ ਵਿੱਚ ਨਾਗਰਿਕਾਂ ਦੇ ਮੁੱਖ ਅਧਿਕਾਰ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਤੇ ਇਸ ਤਰ੍ਹਾਂ ਤੇ ਹਮਲਾ ਕੀਤਾ ਗਿਆ ਸੀ। 28 ਜੂਨ 1999 ਨੂੰ ਕਾਰਗਿਲ ਜੰਗ ਦੌਰਾਨ ਕੈਪਟਨ ਨਿਕੀਜ਼ਾਕੂ ਕਿੰਗ ਰੂਸੇ ਸ਼ਹੀਦ ਹੋਏ ਸਨ। ਕਪਤਾਨ ਦਾ ਉਪਨਾਮ ਨਿੰਬੂ ਸਾਹਿਬ ਸੀ। ਫੌਜ ਵਿੱਚ ਭਰਤੀ ਹੋਣ ਦੇ ਸਿਰਫ 4 ਮਹੀਨੇ ਦੇ ਅੰਦਰ ਨਿੰਬੂ ਸਾਹਿਬ ਨੂੰ ਜੰਗ ਦੇ ਮੈਦਾਨ 'ਚ ਬੁਲਾਇਆ ਗਿਆ ਕਿਉਂਕਿ ਕਾਰਗਿਲ ਜੰਗ ਸ਼ੁਰੂ ਹੋ ਗਈ ਸੀ। ਕੈਪਟਨ ਨਿਕੀਜ਼ਾਕੂ ਨੂੰ ਕਾਰਗਿਲ ਯੁੱਧ ਦੌਰਾਨ ਘਾਤਕ ਪਲੈਟੂਨ ਦਾ ਕਮਾਂਡਰ ਬਣਾਇਆ ਗਿਆ ਸੀ। ਘਾਤਕ ਪਲੈਟੂਨ ਦਾ ਮਤਲਬ ਹੈ ਬਟਾਲੀਅਨ ਦੇ 20 ਸਭ ਤੋਂ ਫਿੱਟ ਅਤੇ ਲੜਨ ਵਾਲੇ ਸਿਪਾਹੀਆਂ ਦਾ ਸਮੂਹ। 28 ਜੂਨ 1999 ਨੂੰ ਦਰਾਜ਼ ਸੈਕਟਰ ਦੀ ਲੋਨ ਹਿਲ ਨਾਮ ਦੀ ਚੋਟੀ ਤੇ ਕਬਜ਼ਾ ਕਰਨਾ ਸੀ, ਜਿਸ ਦੀ ਜ਼ਿੰਮੇਵਾਰੀ ਘਾਤਕ ਪਲੈਟੂਨ ਨੂੰ ਸੌਂਪੀ ਗਈ ਸੀ। ਪਰ ਇਹ ਇੰਨਾ ਆਸਾਨ ਨਹੀਂ ਸੀ ਕਿਉਂਕਿ ਉਚਾਈ ਅਤੇ ਠੰਡ ਦੋਵੇਂ ਹੀ ਜ਼ਿਆਦਾ ਸਨ। ਪਰ ਫਿਰ ਵੀ ਭਾਰਤੀ ਸੈਨਿਕ ਨਿੰਬੂ ਸਾਹਿਬ ਦੀ ਅਗਵਾਈ ਵਿੱਚ ਅੱਗੇ ਵਧਦੇ ਰਹੇ। ਪਾਕਿਸਤਾਨੀ ਸੈਨਿਕਾਂ ਵੱਲ ਵਧਦੇ ਹੋਏ ਕੈਪਟਨ ਨਿਕੀਜ਼ਾਕੂ ਦੀਆਂ ਜੁੱਤੀਆਂ ਬਰਫੀਲੇ ਚੱਟਾਨਾਂ ਤੇ ਵਾਰ-ਵਾਰ ਤਿਲਕ ਰਹੀ ਸਨ, ਜਿਸ ਤੋਂ ਬਾਅਦ ਉਹਨਾਂ ਨੇ ਅਜਿਹਾ ਕੁਝ ਕੀਤਾ ਜਿਸ ਨੂੰ ਦੇਖ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਨਿੰਬੂ ਸਾਹਿਬ ਨੇ 6000 ਫੁੱਟ ਦੀ ਉਚਾਈ ਅਤੇ -10 ਡਿਗਰੀ ਤਾਪਮਾਨ ਤੇ ਆਪਣੇ ਦੋਵੇਂ ਜੁੱਤੇ ਅਤੇ ਜੁਰਾਬ ਉਤਾਰ ਦਿੱਤੇ। ਉੱਪਰ ਚੜ੍ਹਨ ਤੋਂ ਬਾਅਦ ਨਿੰਬੂ ਸਾਹਿਬ ਨੇ ਰਾਕੇਟ ਲਾਂਚਰ ਤੋਂ ਗੋਲੀਬਾਰੀ ਕੀਤੀ ਅਤੇ ਇੱਕ ਤੋਂ ਬਾਅਦ ਇੱਕ 7 ਪਾਕਿਸਤਾਨੀ ਬੰਕਰਾਂ ਨੂੰ ਤਬਾਹ ਕਰ ਦਿੱਤਾ। ਜਵਾਬ ਵਿੱਚ ਦੁਸ਼ਮਣ ਨੇ ਵੀ ਗੋਲੀਬਾਰੀ ਕੀਤੀ, ਪਰ ਕੈਪਟਨ ਨੇ 2 ਹੋਰ ਪਾਕਿਸਤਾਨੀ ਸੈਨਿਕਾਂ ਨੂੰ ਨਿਸ਼ਾਨਾ ਬਣਾਇਆ, ਪਰ ਇਸ ਤਰ੍ਹਾਂ ਉਹ ਖੁਦ ਵੀ ਗੋਲੀਆਂ ਤੋਂ ਬਚ ਨਹੀਂ ਸਕੇ। ਕੁਝ ਸਮੇਂ ਬਾਅਦ ਨਿੰਬੂ ਸਾਹਿਬ ਦੇ ਸਾਥੀਆਂ ਨੇ ਚੌਕੀ ਤੇ ਕਬਜ਼ਾ ਕਰ ਲਿਆ, ਪਰ ਇਸੇ ਦੌਰਾਨ ਇੱਕ ਸਿਪਾਹੀ ਨੇ ਦੇਖਿਆ ਕਿ ਨਿੰਬੂ ਸਾਹਿਬ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ। 28 ਜੂਨ 1999 ਨੂੰ ਮੇਜਰ ਪਦਮ ਪਾਣੀ ਆਚਾਰਯ ਕਾਰਗਿਲ ਯੁੱਧ ਦੌਰਾਨ ਸ਼ਹੀਦ ਹੋਏ ਸਨ। ਆਚਾਰਯ ਨੇ ਸਾਲ 1993 ਵਿੱਚ ਆਫੀਸਰ ਟ੍ਰੇਨਿੰਗ ਅਕੈਡਮੀ ਮਦਰਾਸ ਤੋਂ ਗ੍ਰੈਜੂਏਸ਼ਨ ਕੀਤੀ, ਜਿਸ ਤੋਂ ਬਾਅਦ ਉਹ ਰਾਜਪੂਤਾਨਾ ਰਾਈਫਲਸ ਦੀ 2nd ਬਟਾਲੀਅਨ ਵਿੱਚ 2nd ਲੈਫਟੀਨੈਂਟ ਵਜੋਂ ਨਿਯੁਕਤ ਹੋਏ। ਕਿਹਾ ਜਾਂਦਾ ਹੈ ਕਿ 28 ਜੂਨ 1999 ਨੂੰ ਰਾਜਪੂਤਾਨਾ ਰਾਈਫਲਸ ਦੇ ਮੇਜਰ ਪਦਮ ਪਾਣੀ ਆਚਾਰਯ ਨੂੰ ਕੰਪਨੀ ਕਮਾਂਡਰ ਦੇ ਤੌਰ ਤੇ ਦੁਸ਼ਮਣ ਦੇ ਕਬਜ਼ੇ ਵਾਲੀ ਇੱਕ ਮਹੱਤਵਪੂਰਨ ਚੌਕੀ ਨੂੰ ਆਜ਼ਾਦ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਸੀ। ਇੱਥੇ ਦੁਸ਼ਮਣ ਨਾ ਸਿਰਫ ਆਧੁਨਿਕ ਹਥਿਆਰਾਂ ਨਾਲ ਲੈਸ ਸੀ, ਸਗੋਂ ਸੁਰੰਗਾਂ ਵੀ ਵਿਛਾਈਆਂ ਹੋਈਆਂ ਸਨ। ਮੇਜਰ ਪਦਮ ਪਾਣੀ ਦੀ ਅਗਵਾਈ ਵਾਲੀ ਫੋਰਸ ਨੇ ਗੋਲੀਬਾਰੀ ਅਤੇ ਗੋਲੀਆਂ ਦੀ ਵਰਖਾ ਦੇ ਵਿਚਕਾਰ ਆਪਣਾ ਆਪਰੇਸ਼ਨ ਜਾਰੀ ਰੱਖਿਆ। ਮੇਜਰ ਪਦਮ ਪਾਣੀ ਨੂੰ ਕਈ ਗੋਲੀਆਂ ਲੱਗੀਆਂ ਸਨ, ਫਿਰ ਵੀ ਉਹ ਅੱਗੇ ਵਧਦੇ ਰਹੇ ਅਤੇ ਬਹਾਦਰੀ ਅਤੇ ਦਲੇਰੀ ਨਾਲ ਪਾਕਿਸਤਾਨੀਆਂ ਨੂੰ ਭਜਾ ਦਿੱਤਾ ਅਤੇ ਚੌਕੀ ਤੇ ਕਬਜ਼ਾ ਕਰ ਲਿਆ। ਹਾਲਾਂਕਿ ਮੇਜਰ ਪਦਮ ਪਾਣੀ ਇਸ ਮਿਸ਼ਨ ਨੂੰ ਪੂਰਾ ਕਰਦੇ ਹੋਏ ਖੁਦ ਸ਼ਹੀਦ ਹੋ ਗਏ ਸਨ। ਮੇਜਰ ਨੂੰ ਉਹਨਾਂ ਦੀ ਬਹਾਦਰੀ ਲਈ ਉਹਨਾਂ ਨੂੰ ਮਰਨ ਉਪਰੰਤ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। 28 ਜੂਨ 1965 ਨੂੰ ਪਹਿਲੀ ਵਾਰ ਸੈਟੇਲਾਈਟ ਟੈਲੀਫੋਨ ਕਾਲ ਕੀਤੀ ਗਈ ਸੀ। ਇਸ ਉਪਗ੍ਰਹਿ ਦਾ ਨਾਮ ਅਰਲੀ ਬਰਡ ਸੀ, ਜਿਸ ਨੂੰ ਨਾਸਾ ਨੇ 6 ਅਪ੍ਰੈਲ 1965 ਨੂੰ ਫਲੋਰੀਡਾ ਦੇ ਕੈਪ ਕੈਨੇਡੀ 'ਚ ਕੰਪਲੈਕਸ 78 ਤੋਂ ਸ਼ਾਮ 6:48 ਤੇ ਲਾਂਚ ਕੀਤਾ ਗਿਆ ਸੀ। ਅਰਲੀ ਬਰਡ ਦੁਨੀਆ ਦਾ ਪਹਿਲਾ ਵਪਾਰਕ ਸੰਚਾਰ ਉਪਗ੍ਰਹਿ ਸੀ। ਅਰਲੀ ਬਰਡ ਕਮਿਊਨੀਕੇਸ਼ਨ ਸੈਟੇਲਾਈਟ ਕਾਰਪੋਰੇਸ਼ਨ ਲਈ ਬਣਾਇਆ ਗਿਆ ਸੀ ਅਤੇ ਧਰਤੀ ਤੋਂ 22300 ਮੀਲ ਦੀ ਦੂਰੀ ਤੇ ਇੱਕ ਸਮਕਾਲੀ ਆਰਬਿਟ ਵਿੱਚ ਰੱਖੇ ਜਾਣ ਤੇ ਇਸ ਦਾ ਭਾਰ ਲਗਭਗ 85 ਪੌਂਡ ਸੀ। ਇਹ ਉਪਗ੍ਰਹਿ ਉੱਤਰੀ ਅਮਰੀਕਾ ਅਤੇ ਯੂਰਪ ਵਿਚਕਾਰ ਸੰਚਾਰ ਸੇਵਾ ਪ੍ਰਦਾਨ ਕਰਦਾ ਸੀ। ਇਸ ਨੂੰ ਹਿਊਜ 에ਅਰਕ੍ਰਾਫਟ ਕੰਪਨੀ ਨੇ ਬਣਾਇਆ ਸੀ। ਇਹ ਉਪਗ੍ਰਹਿ ਇੱਕ ਸਮੇਂ ਵਿੱਚ 240 ਟੈਲੀਫੋਨਾਂ ਨੂੰ ਜੋੜ ਸਕਦਾ ਸੀ। ਇਸ ਨੂੰ ਸਿਰਫ 18 ਮਹੀਨੇ ਲਈ ਕੰਮ ਕਰਨ ਲਈ ਬਣਾਇਆ ਗਿਆ ਸੀ, ਪਰ ਇਹ 2 ਸਾਲ ਤੋਂ ਵੱਧ ਸਮੇਂ ਤੱਕ ਕੰਮ ਕਰਦਾ ਰਿਹਾ। ਇਸ ਦੇ ਨਾਲ ਹੀ ਸਾਲ 1990 ਵਿੱਚ ਜਦੋਂ ਇਸ ਉਪਗ੍ਰਹਿ ਦੇ 25 ਸਾਲ ਪੂਰੇ ਹੋਏ ਤਾਂ ਇਸ ਨੂੰ ਥੋੜੇ ਸਮੇਂ ਲਈ ਮੁੜ ਸਰਗਰਮ ਕੀਤਾ ਗਿਆ। ਬਾਅਦ ਵਿੱਚ ਇਸ ਦਾ ਨਾਂ ਅਰਲੀ ਬਰਡ ਤੋਂ ਬਦਲ ਕੇ ਇੰਟੈਲਸੈਟ 1 ਕਰ ਦਿੱਤਾ ਗਿਆ। ਫਿਲਹਾਲ ਇਹ ਉਪਗ੍ਰਹਿ ਸਰਗਰਮ ਨਹੀਂ ਹੈ। 28 ਜੂਨ 1992 ਨੂੰ ਪਹਿਲੀ ਵਾਰ ਇੱਕ ਇਨਸਾਨ ਦੇ ਸਰੀਰ ਵਿੱਚ ਲੰਗੂਰ ਦਾ ਲੀਵਰ ਟ੍ਰਾਂਸਪਲਾਂਟ ਕੀਤਾ ਗਿਆ ਸੀ। ਅਮਰੀਕਾ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਜਦੋਂ ਲੀਵਰ ਦੀ ਸਮੱਸਿਆ ਸੀ ਅਤੇ ਉਹ ਡਾਕਟਰ ਕੋਲ ਗਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਲੀਵਰ ਵਿੱਚ ਅੰਦਰੂਨੀ ਖੂਨ ਵਹਿ ਰਿਹਾ ਹੈ।
ਉਸ ਨੂੰ ਇਹ ਵੀ ਪਤਾ ਲੱਗਿਆ ਕਿ ਉਸ ਨੂੰ ਹੈਪੇਟਾਈਟਿਸ ਬੀ ਅਤੇ ਏਡਸ ਦੋਵੇਂ ਸਨ। ਅਜਿਹੇ 'ਚ ਡਾਕਟਰ ਨੇ ਉਸ ਨੂੰ ਲੀਵਰ ਟ੍ਰਾਂਸਪਲਾਂਟ ਦੀ ਸਲਾਹ ਦਿੱਤੀ ਗਈ, ਪਰ ਉਸ ਨੂੰ ਇੰਨੀਆਂ ਬਿਮਾਰੀਆਂ ਸਨ ਕਿ ਕੋਈ ਵੀ ਡਾਕਟਰ ਟ੍ਰਾਂਸਪਲਾਂਟ ਕਰਨ ਲਈ ਤਿਆਰ ਨਹੀਂ ਸੀ। 2-3 ਸਾਲਾਂ ਦੀ ਖੋਜ ਤੋਂ ਬਾਅਦ 1992 'ਚ 2 ਡਾਕਟਰ ਇੱਕ ਅਮਰੀਕੀ ਨਾਗਰਿਕ ਦਾ ਜਿਗਰ ਟ੍ਰਾਂਸਪਲਾਂਟ ਕਰਾਉਣ ਲਈ ਰਾਜ਼ੀ ਹੋ ਗਏ। ਡਾਕਟਰ ਥਾਮਸ ਟਾਰਗਿਲ ਅਤੇ ਡਾਕਟਰ ਜੋਹਨ ਫੰਕ। ਇਹ ਦੋਵੇਂ ਡਾਕਟਰ ਉਸ ਸਮੇਂ ਅਮਰੀਕਾ ਵਿੱਚ ਅੰਗ ਟ੍ਰਾਂਸਪਲਾਂਟ ਕਰਾਉਣ ਲਈ ਮਸ਼ਹੂਰ ਸਨ। ਦੋਵੇਂ ਡਾਕਟਰਾਂ ਨੇ ਫੈਸਲਾ ਕੀਤਾ ਕਿ ਲੰਗੂਰ ਦਾ ਜਿਗਰ ਕਿਸੇ ਅਮਰੀਕੀ ਨਾਗਰਿਕ ਨੂੰ ਟ੍ਰਾਂਸਪਲਾਂਟ ਕੀਤਾ ਜਾਵੇਗਾ। ਉਸ ਸਮੇਂ ਇਹ ਵੀ ਮੰਨਿਆ ਜਾਂਦਾ ਸੀ ਕਿ HIV ਵਾਇਰਸ ਦਾ ਲੰਗੂਰਾਂ ਤੇ ਜਿਗਰ ਅਤੇ ਕੋਈ ਅਸਰ ਨਹੀਂ ਹੁੰਦਾ। ਇਸ ਲਈ ਟੈਕਸਾਸ ਦੇ ਸਾਊਥ ਵੈਸਟ ਫਾਊਂਡੇਸ਼ਨ ਫਾਰ ਰਿਸਰਚ ਐਂਡ ਐਜੂਕੇਸ਼ਨ ਤੋਂ 15 ਸਾਲਾਂ ਦੇ ਲੰਗੂਰ ਨੂੰ ਲਿਆਂਦਾ ਗਿਆ। ਇਸ ਲੰਗੂਰ ਅਤੇ ਅਮਰੀਕੀ ਵਿਅਕਤੀ ਦਾ ਬਲੱਡ ਗਰੁੱਪ ਇੱਕੋ ਸੀ। ਇਸ ਜਟਿਲ ਆਪਰੇਸ਼ਨ ਤੋਂ ਬਾਅਦ ਲਗਭਗ 1 ਮਹੀਨੇ ਤੱਕ ਸਭ ਕੁਝ ਠੀਕ ਸੀ, ਪਰ ਫਿਰ ਹੌਲੀ-ਹੌਲੀ ਸਮੱਸਿਆਵਾਂ ਪੈਦਾ ਹੋਣ ਲੱਗੀਆਂ ਅਤੇ ਟ੍ਰਾਂਸਪਲਾਂਟ ਦੇ 7 ਦਿਨਾਂ ਬਾਅਦ ਅਮਰੀਕੀ ਨਾਗਰਿਕ ਦੀ ਬ੍ਰੇਨ ਹੈਮਰੇਜ ਕਾਰਨ ਮੌਤ ਹੋ ਗਈ। ਮਹਾਰਾਣੀ ਵਿਕਟੋਰੀਆ ਦੀ ਤਾਜਪੋਸ਼ੀ 28 ਜੂਨ 1838 ਨੂੰ ਹੋਈ ਸੀ। ਮਹਾਰਾਣੀ ਵਿਕਟੋਰੀਆ ਨੇ 18 ਸਾਲ ਦੀ ਉਮਰ ਵਿੱਚ ਗੱਦੀ ਤੇ ਆਉਣ ਤੋਂ ਬਾਅਦ ਲਗਭਗ 64 ਸਾਲ ਬ੍ਰਿਟਿਸ਼ ਸਾਮਰਾਜ ਤੇ ਰਾਜ ਕੀਤਾ। ਮਹਾਰਾਣੀ ਵਿਕਟੋਰੀਆ ਨੇ 1837 ਤੋਂ 1901 ਤੱਕ ਯੂਨਾਈਟਿਡ ਕਿੰਗਡਮ ਤੇ ਰਾਜ ਕੀਤਾ। ਮਹਾਰਾਣੀ ਵਿਕਟੋਰੀਆ ਦਾ ਜਨਮ 24 ਮਈ 1819 ਨੂੰ ਲੰਡਨ ਦੇ ਕੈਂਗਸਿੰਗਟਨ ਪੈਲੇਸ ਵਿੱਚ ਹੋਇਆ ਸੀ। ਵਿਕਟੋਰੀਆ ਕਿੰਗ ਜਾਰਜ ਤੀਜੇ ਦੇ ਚੌਥੇ ਬੇਟੇ ਐਡਵਰਡ ਡਿਊਕ ਆਫ ਕੈਂਟ ਦੀ ਧੀ ਸੀ। ਕਿਹਾ ਜਾਂਦਾ ਹੈ ਕਿ ਵਿਕਟੋਰੀਆ 1 ਸਾਲ ਦੀ ਹੋਣ ਤੋਂ ਪਹਿਲਾਂ ਉਹਨਾਂ ਦੇ ਪਿਤਾ ਐਡਵਰਡ ਦੀ ਨਿਮੋਨੀਆ ਨਾਲ ਮੌਤ ਹੋ ਗਈ ਸੀ। ਫਿਰ ਜਦੋਂ ਰਾਜਾ ਜਾਰਜ ਦੀ ਵੀ ਮੌਤ ਹੋ ਗਈ ਤਾਂ ਵਿਕਟੋਰੀਆ ਰਾਣੀ ਬਣ ਗਈ, ਕਿਉਂਕਿ ਵਿਕਟੋਰੀਆ ਪ੍ਰਿੰਸ ਐਡਵਰਡ ਦੀ ਇਕਲੌਤੀ ਔਲਾਦ ਸੀ। ਕਿਹਾ ਜਾਂਦਾ ਹੈ ਕਿ ਰਾਣੀ ਨੇ ਆਪਣੇ ਕਾਰਜਕਾਲ ਦੌਰਾਨ ਦੁਨੀਆ ਦੇ 1/4 ਹਿੱਸੇ ਤੇ ਰਾਜ ਕੀਤਾ। ਉਹਨਾਂ ਦੇ ਪੂਰੇ ਸਮੇਂ ਨੂੰ ਵਿਕਟੋਰੀਅਨ ਯੁੱਗ ਵੀ ਕਿਹਾ ਜਾਂਦਾ ਹੈ। 1876 ਵਿੱਚ ਬ੍ਰਿਟਿਸ਼ ਸੰਸਦ ਨੇ ਵੀ ਉਹਨਾਂ ਨੂੰ ਭਾਰਤ ਦੀ ਮਹਾਰਾਣੀ ਬਣਾਇਆ। ਉਹ 1901 ਤੱਕ ਭਾਰਤ ਦੀ ਮਹਾਰਾਣੀ ਰਹੀ। 1901 ਵਿੱਚ ਮਹਾਰਾਣੀ ਦੀ ਮੌਤ ਹੋ ਗਈ ਅਤੇ ਇਸ ਦੇ ਨਾਲ ਵਿਕਟੋਰੀਆ ਯੁੱਗ ਦਾ ਵੀ ਅੰਤ ਹੋ ਗਿਆ। 28 ਜੂਨ 1919 ਨੂੰ ਪਹਿਲੇ ਵਿਸ਼ਵ ਯੁੱਧ ਵਿੱਚ ਹਾਰੇ ਜਰਮਨੀ ਨੇ ਵਰਸਾਏ ਦੀ ਸੰਧੀ ਤੇ ਦਸਤਖਤ ਕੀਤੇ ਸੀ। ਜਰਮਨੀ ਨੇ ਜੇਤੂ ਦੇਸ਼ਾਂ ਦੇ ਦਬਾਅ ਹੇਠ ਇਹ ਸੰਧੀ ਕੀਤੀ ਸੀ। ਇਸ ਸੰਧੀ ਵਿੱਚ ਜਰਮਨੀ ਦੇ ਬਹੁਤ ਸਾਰੇ ਅਧਿਕਾਰ ਸੀਮਿਤ ਸਨ। ਇਹ ਸੰਧੀ 200 ਪੰਨਿਆਂ ਵਿੱਚ ਲਿਖੀ ਗਈ ਸੀ, ਜਿਸ ਨੂੰ 15 ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਇਸ ਵਿੱਚ ਕੁੱਲ 439 ਭਾਗ ਸਨ। ਜਰਮਨੀ ਤੇ ਇਸ ਸੰਧੀ ਤੇ ਦਸਤਖਤ ਕਰਦੇ ਹੀ ਪਹਿਲਾ ਵਿਸ਼ਵ ਯੁੱਧ ਖਤਮ ਹੋ ਗਿਆ। ਵਰਸਾਏ ਦੀ ਸੰਧੀ ਤਹਿਤ ਜਰਮਨੀ ਨੂੰ ਕਈ ਸ਼ਰਤਾਂ ਮੰਨਣੀਆਂ ਪਈਆਂ। ਉਦਾਹਰਨ ਵਜੋਂ ਜਰਮਨੀ ਨੂੰ ਦੂਜੇ ਦੇਸ਼ਾਂ ਤੇ ਕਬਜ਼ਾ ਕਰਨ ਤੇ ਪਾਬੰਦੀ ਲਗਾਈ ਗਈ ਸੀ। ਫੌਜ ਦਾ ਆਕਾਰ ਸੀਮਿਤ ਸੀ। ਮਿੱਤਰ ਦੇਸ਼ਾਂ ਨੂੰ ਯੁੱਧ ਦੌਰਾਨ ਭਾਰੀ ਮੁਆਵਜ਼ਾ ਦੇਣਾ ਪਿਆ ਸੀ। ਕਿਹਾ ਜਾਂਦਾ ਹੈ ਕਿ ਇਸ ਸੰਧੀ ਦੇ ਤਹਿਤ ਜਰਮਨੀ ਦੀਆਂ ਕਲੋਨੀਆਂ ਖੋਹ ਲਈਆਂ ਗਈਆਂ ਅਤੇ ਜਰਮਨੀ ਦੀਆਂ ਕਲੋਨੀਆਂ ਵਿੱਚ ਨਿਵੇਸ਼ ਕੀਤੇ ਜਰਮਨ ਪੂੰਜੀ ਨੂੰ ਮਿੱਤਰ ਦੇਸ਼ਾਂ ਨੇ ਜ਼ਬਤ ਕਰ ਲਿਆ। ਇਸ ਤੋਂ ਇਲਾਵਾ ਜਰਮਨੀ ਨੂੰ ਆਪਣੀ ਜ਼ਮੀਨ ਦਾ ਵੱਡਾ ਹਿੱਸਾ ਵੀ ਗੁਆਉਣਾ ਪਿਆ। ਕਿਹਾ ਜਾਂਦਾ ਹੈ ਕਿ ਵਰਸਾਏ ਦੀ ਸੰਧੀ ਜਰਮਨੀ ਤੇ ਜ਼ਬਰਦਸਤੀ ਥੋਪ ਦਿੱਤੀ ਗਈ ਸੀ। ਇਸ ਕਾਰਨ ਅਡੋਲਫ ਹਿਟਲਰ ਨੇ ਇਸ ਨੂੰ ਅਪਮਾਨਜਨਕ ਮੰਨਿਆ।